नेक्स्ट टॉपिक स्टार्ट करते हैं फोरकास्टिंग। फोरकास्टिंग ਅਸੀਂ ਕਹਿ ਸਕਦੇ ਹਾਂ ਵੀ ਹਰ ਇੱਕ ਪਰਸਨ ਦੀ ਅਲੱਗ-ਅਲੱਗ ਹੋ ਸਕਦੀ ਹੈ, ਕਿਉਂਕਿ ਹਰ ਇੱਕ ਪਰਸਨ ਦੀ ਸੋਚ ਇੱਕੋ ਜਿਹੀ ਨਹੀਂ ਹੁੰਦੀ ਹੈਗੀ। ਫੋਰਕਾਸਟਿੰਗ ਇੱਦਾਂ ਦਾ ਮੈਥਡ ਹੈ, ਡਿਫਰੈਂਟ ਪਰਸਨ ਦੀ ਡਿਫਰੈਂਟ ਸੋਚ ਹੋਣੀ ਹੈਗੀ ਹੈ। ਜਦੋਂ ਵੀ ਕੋਈ ਪਲਾਂਟ ਮੈਨੇਜਰ ਫਿਊਚਰ ਨੂੰ ਪ੍ਰੈਡਿਕਟ ਕਰਨ ਬਾਰੇ ਸੋਚਦਾ ਹੈ ਜਾਂ ਫਿਰ ਫਿਊਚਰ ਦੇ ਪਲਾਂਟ ਦੀ ਕਪੈਸਿਟੀ ਦੀ ਕੀ ਰਿਕੁਆਇਰਮੈਂਟਸ ਹੋਣਗੀਆਂ ਜਾਂ ਕੰਮ ਕਿਸ ਤਰ੍ਹਾਂ ਕੰਪਲੀਟ ਹੋਊਗਾ, ਇਸ ਪ੍ਰੋਸੈਸ ਨੂੰ ਅਸੀਂ ਫੋਰਕਾਸਟਿੰਗ ਹੀ ਕਹਿ ਸਕਦੇ ਹਾਂ। ਮਤਲਬ ਕਿਸੇ ਕੰਮ ਨੂੰ ਕੰਪਲੀਟ ਕਰਵਾਉਣ ਲਈ ਜਦੋਂ ਤੁਸੀਂ ਕਿਸੇ ਨਾਲ ਕੁਝ ਪ੍ਰੈਡਿਕਸ਼ਨਸ ਲਗਾਓਗੇ ਤਾਂ ਉਹਨੂੰ ਅਸੀਂ ਫੋਰਕਾਸਟਿੰਗ ਕਹਾਂਗੇ। ਐਪਲੀਕੇਸ਼ਨ ਆਫ ਫੋਰਕਾਸਟਿੰਗ ਜਿਹੜੀ ਫੋਰਕਾਸਟਿੰਗ ਹੈ ਕਿੱਥੇ ਕਿੱਥੇ ਅਪਲਾਈ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਅਕਾਊਂਟ ਦੇ ਵਿੱਚ ਜਿਹੜੇ ਤੁਸੀਂ ਪ੍ਰੋਫਿਟ ਦੇ ਪ੍ਰੋਜੈਕਟ ਲੈ ਕੇ ਬੈਠਦੇ ਹੋ ਜਾਂ ਅਕਾਊਂਟਸ ਦੀ ਰਿਪੋਰਟਸ ਤੁਸੀਂ ਬਣਾਉਂਦੇ ਹੈਗੇ ਹੋ ਜਾਂ ਫਿਰ ਕੋਸਟ ਨੂੰ ਕੈਸ਼ ਨੂੰ ਮੈਨੇਜ ਕਰਦੇ ਹੋ, ਉਹਦੇ ਵਿੱਚ ਫੋਰਕਾਸਟਿੰਗ ਹੋ ਸਕਦੀ ਹੈ। ਅਸੀਂ ਕੁਛ ਨਾ ਕੁਛ ਆਪਣੇ ਜਜਮੈਂਟ ਐਜ਼ ਪਰ ਐਕਸਪੀਰੀਅੰਸ ਆਪਣੇ ਜਦੋਂ ਫਿਊਚਰ ਨੂੰ ਪ੍ਰੈਡਿਕਸ਼ਨਸ ਕਰਾਂਗੇ ਜਾਂ ਕੰਮ ਨੂੰ ਬਹੁਤ ਸਿੰਪਲ ਤਰੀਕੇ ਨਾਲ ਕਰਨ ਕੰਪਲੈਕਸ ਤੋਂ ਸਮੂਥ ਦੇ ਵਿੱਚ ਲੈ ਕੇ ਆਵਾਂਗੇ ਤਾਂ ਸਾਡਾ ਬੈਨੀਫਿਟ ਉੱਥੇ ਹੋ ਸਕਦਾ। ਉਸ ਤੋਂ ਬਾਅਦ ਲਿਖਿਆ ਕਿ ਫਾਈਨਾਂਸ ਦੇ ਵਿੱਚ ਸਾਡੇ ਕੋਲ ਮੀਨਸ ਜਿਹੜਾ ਪੈਸਾ ਹੋਊਗਾ ਉਹਨੂੰ ਰਿਪਲੇਸਮੈਂਟ ਦੇ ਵਿੱਚ ਕਿੰਨਾ ਯੂਜ਼ ਕਰਨਾ, ਸਾਡੀਆਂ ਐਸੈਟਸ ਕਿਸ ਟਾਈਮ 'ਤੇ ਜਾ ਕੇ ਰਿਪਲੇਸ ਕਰਨੀਆਂ ਨੇ, ਕਿਸ ਟਾਈਮ 'ਤੇ ਜਾ ਕੇ ਸਾਨੂੰ ਇਨਵੈਸਟਮੈਂਟ ਕਰਨ ਦਾ ਬੈਨੀਫਿਟ ਹੋ ਸਕਦਾ ਹੈ ਜਾਂ ਕਿਸ ਟਾਈਮ 'ਤੇ ਸਾਨੂੰ ਇਨਵੈਸਟਮੈਂਟ ਕੀਤਾ ਹੋਇਆ ਪੈਸਾ ਵਾਪਸ ਲੈਣਾ ਚਾਹੀਦਾ ਹੈ, ਕਿੱਥੇ ਜਾ ਕੇ ਸਾਨੂੰ ਬੋਰਿੰਗ ਨੀਡਸ ਹੋਣਗੇ, ਪੈਸੇ ਦੀ ਲੋੜ ਹੋਏਗੀ। ਇਹ ਸਾਰੀ ਚੀਜ਼ਾਂ ਫੋਰਕਾਸਟਿੰਗ ਦੇ ਵਿੱਚ ਹੀ ਆਉਣਗੀਆਂ। ਉਸ ਤੋਂ ਬਾਅਦ ਹਿਊਮਨ ਰਿਸੋਰਸ ਦੀ ਐਕਟੀਵਿਟੀ 'ਚ ਆਉਣਗੀਆਂ ਰਿਕਰੂਟਮੈਂਟ ਸਿਲੈਕਸ਼ਨਸ, ਕਿਉਂਕਿ ਉਹ ਪਹਿਲਾਂ ਤੋਂ ਫੋਰਕਾਸਟਿੰਗ ਕਰ ਲੈਂਦੇ ਨੇ ਕਿ ਕਿਸ ਤਰ੍ਹਾਂ ਦੇ ਪਰਸਨ ਦੀ ਲੋੜ ਹੈ, ਕਿਵੇਂ ਟ੍ਰੇਨਿੰਗ ਦੇਣੀ ਹੈ, ਕਿੱਥੇ ਕਿੱਥੇ ਉਹਨਾਂ ਨੇ ਡਿਵੈਲਪਮੈਂਟ ਕਰਵਾਉਣੀ ਹੈ, ਇਹ ਸਾਰਾ ਕੁਛ ਉਹਦੇ 'ਚ ਆਏਗਾ। ਮਾਰਕੀਟਿੰਗ ਵਿੱਚ ਆਏਗਾ ਸਭ ਤੋਂ ਪਹਿਲਾਂ ਪ੍ਰਾਈਸਿੰਗ ਐਂਡ ਪ੍ਰਮੋਸ਼ਨ। ਕੋਈ ਗੁੱਡਸ ਸਾਡੇ ਕੋਲ ਆਉਣਗੇ ਤਾਂ ਅਸੀਂ ਪ੍ਰਾਈਸ ਕਿਸ ਹਿਸਾਬ ਨਾਲ ਸੈਟਅਪ ਕਰਾਂਗੇ, ਪ੍ਰਮੋਸ਼ਨ ਕਿਸ ਤਰ੍ਹਾਂ ਕਰਾਵਾਂਗੇ। ਪ੍ਰਮੋਸ਼ਨ ਦਾ ਮਤਲਬ ਹੋ ਗਿਆ ਕਿ ਐਡਵਰਟਾਈਜ਼ਮੈਂਟ ਵਗੈਰਾ ਕਿਸ ਤਰ੍ਹਾਂ ਹੋਏਗੀ। ਉਸ ਤੋਂ ਬਾਅਦ ਹੈਗਾ MIS ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਵੀ ਫੋਰਕਾਸਟਿੰਗ ਜ਼ਰੂਰ ਕਰੂਗਾ ਕਿ ਜਿਹੜੀ ਸਾਨੂੰ ਇਨਫੋਰਮੇਸ਼ਨ ਕਿੱਥੋਂ ਮਿਲ ਸਕਦੀ ਹੈ। ਮੋਸਟਲੀ ਉਹ ਇਨਫੋਰਮੇਸ਼ਨ ਇੰਟਰਨਲ ਸੋਰਸਿਸ ਤੋਂ ਲੈਣ ਦੀ ਕੋਸ਼ਿਸ਼ ਕਰਨਗੇ। ਅਗਰ ਉਹ ਸਾਡੇ ਲਈ ਵਰਕ ਨਹੀਂ ਕਰ ਰਹੇ ਤਾਂ ਅਸੀਂ ਐਕਸਟਰਨਲ ਸੋਰਸਿਸ ਵੱਲ ਦੇਖਣਾ ਸਟਾਰਟ ਕਰਾਂਗੇ। ਉਸ ਤੋਂ ਬਾਅਦ ਹੈ ਆਪਰੇਸ਼ਨ ਦੇ ਵਿੱਚ ਹੋ ਗਿਆ ਕਿ ਸਾਡੇ ਕੋਲ ਕੰਮ ਕਿਸ ਤਰ੍ਹਾਂ ਦੇ ਹੋਣਗੇ, ਕਿੰਨੇ ਟਾਈਮ ਦੇ ਵਿੱਚ ਅਸੀਂ ਕਿੰਨਾ ਕੰਮ ਕੰਪਲੀਟ ਕਰ ਸਕਦੇ ਹਾਂ। ਮੀਨਸ ਹਰੇਕ ਬੰਦੇ ਦੀ ਕੈਪੇਬਿਲਿਟੀ ਨੂੰ ਜ਼ਰੂਰ ਚੈੱਕ ਕਰਦੇ ਚਲੇ ਜਾਵਾਂਗੇ। ਕੰਮ ਨੂੰ ਸਮੂਥ ਤਰੀਕੇ ਨਾਲ ਕਿੱਦਾਂ ਕਰ ਸਕਦੇ ਹਾਂ ਜਾਂ ਫਿਰ ਫਿਊਚਰ ਲਈ ਕੋਈ ਡਿਸੀਜ਼ਨ ਲੈਣੇ ਹੋਣ, ਉੱਥੇ ਵੀ ਫੋਰਕਾਸਟਿੰਗ ਥੋੜੀ ਕੰਮ ਆਉਂਦੀ ਹੈ। ਪ੍ਰੋਡਕਟ ਔਰ ਸਰਵਿਸ ਦਾ ਡਿਜ਼ਾਈਨ, ਮੰਨ ਲਓ ਜੋ ਪ੍ਰੋਡਕਟ ਤੁਹਾਡਾ ਮਾਰਕੀਟ ਦੇ ਵਿੱਚ ਚੱਲ ਰਿਹਾ, ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਉਹਦੇ ਵਿੱਚ ਕੀ ਚੇਂਜਿਸ ਕਰਨ ਜਾਓਗੇ ਤਾਂ ਕਿ ਕਸਟਮਰ ਜੋ ਲਗਾਤਾਰ ਅਟਰੈਕਟ ਹੋਏ ਰਹਿਣ, ਇਸ ਲਈ ਵੀ ਅਸੀਂ ਫੋਰਕਾਸਟਿੰਗ ਕਰਦੇ ਹਾਂ। ਉਸ ਤੋਂ ਬਾਅਦ ਉਹਨਾਂ ਲਿਖਿਆ ਕਿ ਫੀਚਰਸ ਆਫ ਫੋਰਕਾਸਟਿੰਗ, मैंने फोरकास्टिंग टेक्निक बहुत सारे टेक्निक से कहने मैंने पहले एग्जांपल कही कि फोरकास्टिंग जो है सिंगल किसी एक पर्सन की नहीं, हर एक पर्सन अपने अपनी सोच नाल अपनी स्किल्स के नाल या टेक्निक्स के नाल बहुत सारे टेक्निक्स यूज़ करते हैं। तो हर एक टेक्निक्स करना हर एक तो एक दूसरे तो अलग अलग हो सकती हैं। कुछ टेक्निक्स के अकॉर्डिंग ही कुछ फीचर्स लिखे ने फोरकास्टिंग के। सब तो पहले लिखा है कैजुअल सिस्टम कंटिन्यूटी। फोरकास्टिंग एक इदा का सिस्टम है जो लगातार ही चलता रहता है। हर कोई बंदा जिथे जिथे जिमें लोड़ होंगी है, चाहे परसनल लाइफ के भी लिखी तो असं फोरकास्टिंग करते चले जाने हैं। दूसरा एक्यूरेसी ऑफ फोरकास्ट, नो फोरकास्ट कैन बी, ये असी कह सकते हैं भी जो तुम फोरकास्टिंग करोगे भी ऑलवेज सेम परफेक्ट होगी, कभी नहीं हो सकता, लेकिन कुछ लैवल तक एक्यूरेसी पॉइंट्स जरूर होंगे ने कि हाँ असं जो कुछ सोच रहे हैं तो कुछ ना कुछ जरूर साडा मैनूं लगदा कि फाइनल डिसीजन ऐड जरूर हो जाते हैं। फोरकास्टिंग एरर, जो फोरकास्टिंग असीं करन जाने हैगे आ, मे बी रिजल्ट दे विच कहना एरर बहुत ज़्यादा हो भी सकते हैं कि साडी अपनी परसनल जजमेंट्स होंदियां ने। जो फोरकास्टिंग करन जाने हैं फिक्स नहीं होंदा कि तुसीं जो अज सोच लिया तुसीं ओही चीज़ कंप्लीट करदे चले जाओ। फोरकास्टिंग एरर्स एंड टाइम होरिजन, फोरकास्टिंग दे विच एरर आने का सब तो रीजन बड़ा होंदा टाइम होरिजन। अगर तुसीं फोरकास्टिंग शॉर्ट टाइम लिए कर रहे हो तो लगता तुसीं कैपेबल होंदा वो तो तुसीं रिजल्ट लैके आ सकते हो। अगर तुसीं अज ही लॉन्ग टाइम लिए फोरकास्टिंग करके बैठ गए कि आने वाले 5 साल से करेंगे, लेकिन बहुत सारे इदां दे इन्वायरमेंटल के फैक्टर हो सकते हैं जिहड़े कि फोरकास्टिंग नूं अफेक्ट कर सकते हैं। तुसीं बिजनेस की फोरकास्टिंग मान लो 5 साल की कर ली, 5 साल के कीमत डाउन हो सकती ने, हो सकता है कीमत बहुत ज़्यादा इंक्रीज हो जाए, गवर्नमेंट टैक्स बच जाए, या फिर जो थोड़े कस्टमर ने कस्टमर थोड़े दूर हो जाए तो थोड़ी फोरकास्टिंग बिल्कुल ही फेल हो जाती है टाइम होरिजन के अकॉर्डिंग। उस तो बाद है एलीमेंट्स ऑफ फोरकास्टिंग सब तो पहले एलीमेंट्स ने लिखा है टाइमली। फोरकास्टिंग के कहना बेनीफिट हम हो सकता है कि असी राइट टाइम लीए जो भी किसी चीज़ बारे फोरकास्टिंग करने जा रहे हैं, जो फ्यूचर में देखने जा रहे हो तो थोड़े को एक टाइम फिक्स होना चाहिए है। इदा कंटिन्यूअसली टाइम नहीं कह सकते कि आने वाले लगातार असी ही काम अज फोरकास्टिंग कर ली लगातार वही काम चलता रहूगा, ये नहीं सकता। शॉर्ट टर्म लिए फोरकास्टिंग बेनीफिट हो सकती है, लॉन्ग टर्म में तुम कोई टाइम फिक्स किया नहीं है तो कोई बेनीफिट थानू नहीं होना। दूसरा इन्होंने लिखा कि एक्यूरेसी, फोरकास्टिंग कैन नॉट बी एक्यूरेट, ये तो कभी नहीं हो सकता। असी कहते हैं फोरकास्टिंग एक्यूरेट परमानेंट होगी, लेकिन कुछ लैवल तक एक्यूरेट हो सकती है जो शॉर्ट टाइम पीरियड लिए देखे जाओ। रिलायबल,
ਫੋਰਕਾਸਟਿੰਗ ਸ਼ੁੱਡ ਬੀ ਰਿਲਾਇਬਲ। ਅਸੀਂ ਇੱਦਾਂ ਕਹਿ ਸਕਦੇ ਹਾਂ ਵੀ ਕੰਸਿਸਟੈਂਟ ਲਗਾਤਾਰ ਇੱਕੋ ਜਿਹੀ ਹੋ ਸਕਦੀ ਹੈ, ਲੇਕਿਨ ਉਸ ਲੈਵਲ ਤੇ ਜਦੋਂ ਤੁਸੀਂ ਸ਼ਾਰਟ ਟਰਮ ਲਈ ਕਿਸੇ ਬੰਦੇ ਨੂੰ ਕੋਈ ਇਨਫੋਰਮੇਸ਼ਨ ਦੇ ਰਹੇ ਹੋ, ਜਦ ਤੁਹਾਨੂੰ ਕੋਈ ਬੈਨੀਫਿਟ ਪਹਿਲਾਂ ਤੁਹਾਡੇ ਕੰਮ ਕਰਨ ਨਾਲ ਹੋਇਆ ਹੈਗਾ ਤਾਂ ਪਰਸਨ ਤੁਹਾਡੇ ਤੋਂ ਰਿਲਾਇਬਲ ਹੋਣਗੇ। ਅਦਰਵਾਈਜ਼ ਨਿਊ ਜਦੋਂ ਕੋਈ ਪਰਸਨ ਆਊਗਾ ਫੋਰਕਾਸਟਿੰਗ ਕਰਕੇ ਦੱਸੂਗਾ ਵੀ ਇਸ ਤਰ੍ਹਾਂ ਕੰਮ ਹੋ ਸਕਦਾ ਤਾਂ ਮੇ ਵੀ ਸਾਨੂੰ ਸੰਤੁਸ਼ਟੀ ਉਹਦੇ ਤੇ ਨਾ ਵੀ ਹੋਵੇ। ਥਰਡ ਐਂਡ ਲਿਖਿਆ ਕਿ ਯੂਨਿਟ ਆਫ ਮੇਜਰਮੈਂਟ। ਫੋਰਕਾਸਟਿੰਗ ਨੂੰ ਤੁਸੀਂ ਕਹੋਗੇ ਮੀਨਿੰਗਫੁਲ ਯੂਨਿਟ ਦੇ ਵਿੱਚ ਐਕਸਪੈਕਟ ਕਰਨਾ ਹੈ। ਮੈਂ ਐਗਜ਼ਾਮਪਲ ਕਹਾਂ, ਮੈਂ ਫੋਰਕਾਸਟਿੰਗ ਕਰ ਰਿਹਾ ਕਿ ਅੱਜ ਸਾਡੀ ਕੰਪਨੀ 100 ਪ੍ਰੋਡਕਟ ਬਣਾ ਰਹੀ ਹੈ, ਆਉਣ ਵਾਲੇ ਟਾਈਮ ਦੇ ਵਿੱਚ 1000 ਪ੍ਰੋਡਕਟ ਬਣਾਉਣ ਲੱਗ ਜੂਗੀ। ਲੌਂਗ ਟਰਮ ਦੇ ਵਿੱਚ ਨਹੀਂ, ਸਿੱਧਾ ਸ਼ਾਰਟ ਟਰਮ ਸਾਨੂੰ ਲੱਗਦਾ ਕਿ ਸਾਡੇ ਕੋਲ ਉੱਤੇ ਹੀ ਰॉ ਮਟੀਰੀਅਲਸ ਜਾਂ ਫਿਰ ਮੈਨ ਪਾਵਰਸ ਅਵੇਲੇਬਲ ਹੈਗੀਆਂ ਨੇ, ਸਾਡੇ ਕੋਲ ਕੰਮ ਕਰਨ ਦੀ ਕੈਪੇਬਿਲਿਟੀ ਹੈਗੀ ਹੈ, ਤਾਂ ਉਹ ਯੂਨਿਟਸ ਕਨਵਰਟ ਹੋ ਸਕਦੇ ਨੇ। ਲੇਕਿਨ ਇੱਦਾਂ ਦੀ ਕੋਈ ਫੋਰਕਾਸਟਿੰਗ ਦੀ ਟੈਕਨੀਕਸ ਨਹੀਂ ਹੁੰਦੀਆਂ ਕਿ ਤੁਸੀਂ ਫਿਕਸ ਯੂਨਿਟਸ ਜਾਂ ਫਿਕਸ ਪ੍ਰੋਡਕਸ਼ਨ ਤੁਸੀਂ ਕਹਿ ਦਿਓ ਜਾਂ ਫਿਰ ਫਿਕਸ ਪੈਸਾ ਤੁਸੀਂ ਕਹਿ ਦਿਓ ਵੀ ਇੰਨਾ ਪੈਸਾ ਸਾਡੇ ਇੰਨੇ ਹੋ ਜੂਗਾ, ਉਹ ਕਦੀ ਨਹੀਂ ਹੋ ਸਕਦਾ। ਈਜ਼ੀ ਆਫ ਅੰਡਰਸਟੈਂਡਿੰਗ ਐਂਡ ਯੂਸੇਜ। ਫੋਰਕਾਸਟਿੰਗ ਨੂੰ ਅਗਰ ਸਮਝਣਾ ਹੋਵੇ ਤਾਂ ਬਹੁਤ ਤਰੀਕੇ ਨਾਲ, ਬਹੁਤ ਸਿੰਪਲ ਤਰੀਕੇ ਨਾਲ ਬੰਦਾ ਸਮਝਾ ਸਕਦਾ ਹੈ। ਕਿਉਂਕਿ ਜਦੋਂ ਕੋਈ ਬੰਦਾ ਕਿਸੇ ਨਾ ਕਿਸੇ ਬੇਸ ਦੇ ਉੱਪਰ ਫੋਰਕਾਸਟਿੰਗ ਕਰਦਾ ਹੈ, ਕਿਉਂਕਿ ਉਹਨੂੰ ਕੋਈ ਨਾ ਕੋਈ ਇੱਦਾਂ ਲੱਗਦਾ ਕਿ ਮੈਥਡਸ ਜਾਂ ਫਿਰ ਕੋਈ ਟੈਕਨੀਕਸ ਹੁੰਦੇ ਨੇ ਜਿਸ ਬੇਸ ਨਾਲ ਕੁਛ ਬੰਦੇ ਨੇ ਸੋਚਿਆ ਹੁੰਦਾ ਫੋਰਕਾਸਟਿੰਗ ਇਸ ਜਿਵੇਂ ਯੂਜ਼ ਹੋ ਸਕਦੀ। ਕੋਸਟ ਇਫੈਕਟਿਵਨੈਸ। ਫੋਰਕਾਸਟਿੰਗ ਜਦੋਂ ਵੀ ਕਰਾਂਗੇ ਤਾਂ ਸਾਨੂੰ ਉਹਦੇ ਵਿੱਚ ਕੋਸਟ ਦਾ ਜ਼ਰੂਰ ਬੈਨੀਫਿਟ, ਮੀਨ ਸਾਡੀ ਕੋਈ ਜ਼ਿਆਦਾ ਕੋਸਟ ਨਹੀਂ ਲੱਗਦੀ ਹੈ ਕਿ ਸਾਨੂੰ ਕੋਈ ਇਹਦੇ ਵਿੱਚ ਐਕਸਪਰਟ ਪਰਸਨ ਨਹੀਂ ਮੋਡਲ ਪੈਂਦੇ। ਜਿਸ ਲੈਵਲ ਦੇ ਜਾਂ ਫਿਰ ਜਿਸ ਡਿਪਾਰਟਮੈਂਟ ਦੀ ਤੁਸੀਂ ਫੋਰਕਾਸਟਿੰਗ ਕਰੋਗੇ ਉੱਥੇ ਦਾ ਪਰਸਨ ਨਹੀਂ ਸਿਰਫ ਥੋੜੀ ਕੋਸਟ ਲੱਗੂਗੀ, ਸਾਨੂੰ ਕੋਈ ਗਰੁੱਪ ਮੀਟਿੰਗਸ ਨਹੀਂ ਕਰਨੀ ਪੈਂਦੀਆਂ ਜਾਂ ਫਿਰ ਅਲੱਗ-ਅਲੱਗ ਪਰਸਨ ਦੀ ਕੋਈ ਰਾਏ ਨਹੀਂ ਲੈਣੀ ਪੈਂਦੀ। ਸਿੰਗਲ ਪਰਸਨ ਕੋਈ ਮੈਨੇਜਰ ਹੋਊਗਾ ਤਾਂ ਉਹਨੇ ਫੋਰਕਾਸਟਿੰਗ ਕਰਨੀ ਹੈ, ਉਹੀ ਕੋਸਟ ਸਿਰਫ ਕੰਪਨੀ ਨੂੰ ਪੈਂਦੀ, ਸਾਨੂੰ ਕੋਸਟ ਵੀ ਇਹਦੇ ਘੱਟ ਲੱਗਦੀ। ਫੋਰਕਾਸਟਿੰਗ ਬੇਸਡ ਔਨ ਜਜਮੈਂਟ ਐਂਡ ਓਪੀਨੀਅਨ। ਫੋਰਕਾਸਟਿੰਗ ਹਮੇਸ਼ਾ ਕਹਿੰਦਾ ਜਜਮੈਂਟ ਔਰ ਓਪੀਨੀਅਨ ਬੇਸ 'ਤੇ ਹੀ ਹੋਊਗੀ। ਬੰਦੇ ਦਾ ਆਪਣੇ ਪਰਸਨਲ ਜਜਮੈਂਟ ਜਿਸ ਬੇਸ ਨਾਲ ਜਿਸ ਬੰਦੇ ਨੇ ਕਿੱਥੇ ਵੀ ਕੰਮ ਕੀਤਾ ਹੋਊਗਾ, ਬਿਜ਼ਨਸ ਦੇ ਵਿੱਚ ਮੋਸਟਲੀ ਹਰ ਇੱਕ ਬੰਦਾ ਉਸ ਦੇ ਅਕੋਰਡਿੰਗ ਹੀ ਆਪਣੀ ਓਪੀਨੀਅਨ ਦਿੰਦਾ ਹੈਗਾ, ਉਸ ਬੇਸ ਨਾਲ ਹੀ ਬਿਜ਼ਨਸ ਨੂੰ ਅੱਗੇ ਲੈ ਕੇ ਚੱਲਦਾ ਹੈ। ਓਪੀਨੀਅਨ ਬੇਸ 'ਤੇ ਤੁਸੀਂ ਫੋਰਕਾਸਟਿੰਗ ਕਰੋਗੇ, ਫਿਊਚਰ ਦੇ ਵਿੱਚ ਤੁਹਾਨੂੰ ਉਹਦਾ ਬੈਨੀਫਿਟ ਕੁਛ ਲੈਵਲ ਤੱਕ ਜ਼ਰੂਰ ਹੁੰਦਾ ਹੈਗਾ। ਫਿਰ ਹੈਗਾ ਫੋਰਕਾਸਟਿੰਗ ਬੇਸਡ ਔਨ ਟਾਈਮ ਸੀਰੀਜ਼ ਡਾਟਾ। ਫੋਰਕਾਸਟਿੰਗ ਜੋ ਹੈ ਅਸੀਂ ਕਹਿੰਦਾ ਟਾਈਮ ਸੀਰੀਜ਼ ਡਾਟਾ ਦੇ ਅਕੋਰਡਿੰਗ ਕਰ ਸਕਦੇ ਹਾਂ। ਇਹਦੇ ਲਈ ਇਹਨਾਂ ਨੇ ਸ਼ਾਇਦ ਮੇ ਵੀ ਕੁਛ ਨਾ ਕੁਛ ਮੈਥਡ ਵੀ 2-3 ਦਿੱਤੇ ਹੋਏ ਨੇ, ਅਲੱਗ-ਅਲੱਗ ਮੈਥਡ ਦੇ ਅਕੋਰਡਿੰਗ ਫੋਰਕਾਸਟਿੰਗ ਟਾਈਮ ਸੀਰੀਜ਼ ਦੇ ਅਕੋਰਡਿੰਗ ਹੋਊਗੀ। ਲੇਕਿਨ ਜਦੋਂ ਤੁਸੀਂ ਟਾਈਮ ਸੀਰੀਜ਼ ਦੇ ਵਿੱਚ ਕਰਨਾ ਕੰਮ ਕਰਦੇ ਹੋ, ਤੁਹਾਡੇ ਕੋਲ ਡਿਫਰੈਂਟ ਟਾਈਮ ਸੀਰੀਜ਼ ਹੋਣਗੀਆਂ, ਤਾਂ ਫੋਰਕਾਸਟਿੰਗ ਦੇ ਵਿੱਚ ਸਾਡੇ ਕੋਲ ਜਿਹੜੇ ਮੈਥਡ ਸ਼ੋ ਹੋਣਗੇ ਤਾਂ ਤੁਹਾਨੂੰ ਜੋ ਤੁਸੀਂ ਫੋਰਕਾਸਟਿੰਗ ਕਰੋਗੇ ਤਾਂ ਕਿਹੜੇ ਮੈਥਡ ਦੇ ਨਾਲ ਕਰ ਸਕਦੇ ਹੋ ਜਾਂ ਫਿਰ ਉਹਨੂੰ ਤੁਸੀਂ ਪ੍ਰੈਜ਼ੈਂਟ ਕਰਨਾ ਉਹਦਾ ਕਿਸ ਤਰ੍ਹਾਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਲਿਖਿਆ ਕਿ ਟ੍ਰੈਂਡ। ਤੁਸੀਂ ਕਹਿੰਦਾ ਟ੍ਰੈਂਡ ਦਿਖਾ ਸਕਦੇ ਹੋ, ਮੀਨਸ ਤੁਹਾਡੇ ਕੋਲ ਕੋਈ ਸ਼ਿਫਟ ਕਰਵ ਹੋਣਗੇ ਇੱਕ ਦਿਸ਼ਾ ਦੇ ਵਿੱਚ। ਮੰਨ ਲਓ ਤੁਸੀਂ ਫੋਰਕਾਸਟਿੰਗ ਕਰੀ ਹੈ, ਐਗਜ਼ਾਮਪਲ ਮੈਂ ਕਹਾਂ ਵੀ ਤੁਸੀਂ ਸੋਚ ਰਹੇ ਹੋ ਕਿ ਸਾਡਾ ਪ੍ਰੋਡਕਸ਼ਨ ਜੋ ਹੈ ਲਗਾਤਾਰ ਉੱਪਰ ਨੂੰ ਵਧੇ, ਤਾਂ ਇਹਦੇ ਵਿੱਚ ਕਹਿੰਦਾ ਕਦੀ ਹੋ ਸਕਦਾ ਕਿ ਅਪਵਰਡ ਆ ਜਾਵੇ, ਕਦੀ ਡਾਊਨਵਰਡ ਆ ਜਾਵੇ, ਤਾਂ ਫੋਰਕਾਸਟਿੰਗ ਦੇ ਟ੍ਰੈਂਡ ਹੀ ਹੈ, ਇਹਦੇ ਵਿੱਚ ਕੋਈ ਅਸੀਂ ਫਿਕਸ ਨਹੀਂ ਕਹਿ ਸਕਦੇ। ਕਿਉਂਕਿ ਜੋ ਬੰਦੇ ਨੇ ਸੋਚਿਆ ਹੋਇਆ ਨਾ ਉਹ ਆਲਵੇਜ਼ ਪੋਜ਼ਿਟਿਵ ਸੋਚ ਕੇ ਹੀ ਚੱਲਦਾ ਹੈਗਾ। ਤਾਂ ਤੁਹਾਡੇ ਪ੍ਰੋਡਕਸ਼ਨ ਦੇ ਵਿੱਚ ਜਾਂ ਫਿਰ ਤੁਹਾਡੇ ਇਨਵੈਸਟਮੈਂਟ ਦੇ ਵਿੱਚ ਜਾਂ ਫਿਰ ਪਰਸਨਲ ਜੋ ਲਾਈਫ ਉਹਦੇ ਵਿੱਚ ਜੋ ਤੁਹਾਡੇ ਅਚੀਵਮੈਂਟਸ ਸੋਚੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਅਪ ਡਾਊਨ ਜ਼ਰੂਰ ਆਉਣਗੇ। ਫੋਰਕਾਸਟਿੰਗ ਦੇ ਵਿੱਚ ਟ੍ਰੈਂਡ ਜ਼ਰੂਰ ਚੱਲਦਾ ਹੈ। ਦੂਸਰਾ ਫੋਰਕਾਸਟਿੰਗ ਦੇ ਨਾਲ ਲਿਖਿਆ ਹੈਗਾ ਕਿ ਸੀਜ਼ਨੈਲਿਟੀ। ਫੋਰਕਾਸਟਿੰਗ ਦੇ ਵਿੱਚ ਸੀਜ਼ਨੈਲਿਟੀ ਜ਼ਰੂਰ ਹੁੰਦੀ ਹੈਗੀ ਹੈ। ਅਸੀਂ ਕਹੀਏ ਵੀ ਕੋਈ ਫੋਰਕਾਸਟਿੰਗ ਕਰ ਰਹੇ ਹੋ, ਸੀਜ਼ਨਲ ਬੇਸ 'ਤੇ ਫੋਰਕਾਸਟਿੰਗ ਵੀ ਜ਼ਰੂਰ ਚੱਲਦੀ। ਅਸੀਂ ਤਾਂ ਸੋਚ ਕੇ ਬੈਠੇ ਹੋਏ ਹਾਂ, ਸਾਨੂੰ ਪਤਾ ਕਿ ਸਾਡਾ ਜੋ ਸਮਾਨ ਹੈ ਸਿਰਫ ਸਮਰ ਦੇ ਵਿੱਚ ਹੀ ਜ਼ਿਆਦਾ ਸੇਲ ਹੁੰਦਾ। ਅਗਰ ਉੱਥੇ ਵਿੰਟਰ ਆ ਜਾਣਗੇ ਤਾਂ ਫੋਰਕਾਸਟਿੰਗ ਲੈਵਲ ਆਟੋਮੈਟਿਕਲੀ ਡਾਊਨ ਹੋਊਗਾ। ਜਦੋਂ ਸਾਡਾ ਇੱਦਾਂ ਦੀ ਫੋਰਕਾਸਟਿੰਗ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹੋ ਕਿ ਅਗਰ ਸਮਰ ਦਾ ਟਾਈਮ ਤਾਂ ਸਮਰ ਟਾਈਮ ਜ਼ਿਆਦਾ ਇਨਕਰੀਜ਼ ਹੈ, ਉਹਨੂੰ ਅਸੀਂ ਘੱਟ ਵੀ ਦਿਖਾ ਸਕਦੇ ਹਾਂ। ਉਹਦੇ ਵਿੱਚ ਤੁਹਾਡਾ ਗ੍ਰਾਫ ਇਸ ਤਰ੍ਹਾਂ ਵੀ ਦਿਖਾ ਸਕਦੇ ਹੋ। ਅਗਰ ਕੰਪਨੀ ਇੱਦਾਂ ਸੋਚ ਕੇ ਬੈਠੀ ਤਾਂ ਦੇਖਣਗੇ ਸਾਨੂੰ ਕਿੱਥੇ ਬੈਨੀਫਿਟ ਹੋ ਰਿਹਾ ਜਾਂ ਕਿੱਥੇ ਨੁਕਸਾਨ ਹੋ ਰਿਹਾ। ਉਸ ਤੋਂ ਬਾਅਦ ਲਿਖਿਆ ਕਿ ਸਾਈਕਲਸ। ਹੋ ਸਕਦਾ ਕਹਿੰਦਾ ਜਦੋਂ ਤੁਸੀਂ ਫੋਰਕਾਸਟਿੰਗ ਕਰਨ ਬੈਠੋ ਤਾਂ ਸਾਈਕਲਸ ਦੇ ਵਿੱਚ ਵੀ ਦੇਖ ਸਕਦੇ ਸਾਡਾ ਪ੍ਰੋਡਕਟਸ ਕਿਸ ਤਰ੍ਹਾਂ ਇਨਕਰੀਜ਼ ਅੱਗੇ ਉੱਪਰ ਟਰਨ ਜਾ ਰਿਹਾ ਹੈਗਾ। ਕਿਉਂਕਿ ਜਦੋਂ ਕੋਈ ਪ੍ਰੋਡਕਟ ਆਉਂਦਾ ਹੈਗਾ ਤਾਂ ਉਹਦੇ ਵਿੱਚ 2-3 ਸਟੇਜ ਹੀ ਹੁੰਦੇ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਸਟੇਜ ਹੁੰਦੀ ਹੈ, ਜਦੋਂ ਮਾਰਕੀਟ ਪ੍ਰੋਡਕਟ ਆਊਗਾ ਫਿਰ ਤੁਸੀਂ ਉਹਨੂੰ ਪ੍ਰਮੋਸ਼ਨ ਕਰਨ ਜਾਓਗੇ। ਪ੍ਰਮੋਸ਼ਨ ਕਰੋਗੇ ਤਾਂ ਮੇ ਬੀ ਉਹਦੀ ਜ਼ਿਆਦਾ ਐਡਵਰਟਾਈਜ਼ਮੈਂਟ ਜਦੋਂ ਪੀਕ ਟਾਈਮ ਪੀਰੀਅਡ ਦੇ ਵਿੱਚ ਆਊਗਾ, ਮੀਨਸ ਜਦੋਂ ਸੇਲ ਦੀ ਗਰੋਥ ਹੋਊਗੀ। ਇੱਕ ਲੈਵਲ ਇੱਦਾਂ ਦਾ ਵੀ ਆਉਂਦਾ ਜਿੱਥੇ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਪੀਕ ਸਟੇਜ ਹੈ। ਸਾਈਕਲ ਪੀਰੀਅਡ ਹੀ ਹੋਊਗਾ, ਜਦੋਂ ਇਹ ਵਾਪਸ ਜਾਣਾ ਜਾਊਗਾ ਤਾਂ ਮੈਚਿਓਰਿਟੀ ਪੀਰੀਅਡ ਤੇ ਡਿਕਲਾਈਨ ਹੋਊਗਾ, ਡਿਕਲਾਈਨ ਤੋਂ ਸਿੱਧਾ ਮੈਚਿਓਰਿਟੀ ਤੋਂ ਸਾਡੇ ਲੈਵਲ ਤੋਂ ਵੀ ਥੱਲੇ ਚਲਾ ਜਾਂਦਾ। ਤਾਂ ਫੋਰਕਾਸਟਿੰਗ ਦੇ ਵਿੱਚ ਸਾਈਕਲਸ ਵੀ ਅਸੀਂ ਯੂਜ਼ ਕਰ ਸਕਦੇ ਹਾਂ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਜੋ ਚੀਜ਼ ਤੁਸੀਂ ਅੱਜ ਸੋਚ ਲਈ ਲਗਾਤਾਰ ਉੱਦਾਂ ਦੀ ਚੱਲਣੀ ਹੈ। ਫਿਰ ਉਸ ਤੋਂ ਬਾਅਦ ਇਰੈਗੂਲਰ ਵੇਰੀਏਸ਼ਨ। ਜਦੋਂ ਤੁਸੀਂ ਕਹਿੰਦਾ ਫੋਰਕਾਸਟਿੰਗ ਕਰਨ ਜਾਂਦੇ ਹੋ, ਕਈ ਵਾਰ ਇਰੈਗੂਲਰ ਵੇਰੀਏਸ਼ਨ, ਮੰਨ ਲਓ ਮੈਂ ਸੋਚ ਕੇ ਚੱਲਦਾ ਹੈ ਕਿ ਮੇਰਾ ਲੈਵਲ ਹੀ ਇੱਦਾਂ ਦਾ ਹੋਊਗਾ ਕਿ ਮੈਨੂੰ ਲੱਗਦਾ ਕਿ ਮੇਰੀ ਪ੍ਰੋਡਕਸ਼ਨ ਨਹੀਂ ਹੋਊਗੀ, ਲੇਕਿਨ ਕਈ ਵਾਰ ਫੋਰਕਾਸਟਿੰਗ ਦੀ ਜਜਮੈਂਟ ਅੱਛੀ ਹੋਵੇ ਤਾਂ ਫੋਰਕਾਸਟਿੰਗ ਤੁਹਾਡੀ ਸੋਚ ਤੋਂ ਵੀ ਉੱਪਰ ਚੱਲ ਸਕਦੀ ਹੈ। ਮੀਨਸ ਜਿਹਦੇ ਬਾਰੇ ਅਸੀਂ ਸੋਚਿਆ ਹੀ ਨਹੀਂ ਹੁੰਦਾ ਹੈਗਾ, ਵੇਰੀਏਸ਼ਨਸ ਵੀ ਇੰਨਾ ਚੇਂਜਸ ਵੀ ਆ ਸਕਦੇ ਨੇ। ਹੋ ਸਕਦਾ ਕਿ ਇਸ ਤੋਂ ਡਾਊਨ ਵੀ ਆ ਜਾਵੇ ਤੁਹਾਡੀ ਫੋਰਕਾਸਟਿੰਗ ਦੇ ਵਿੱਚ। ਮੇ ਵੀ ਤੁਹਾਨੂੰ ਲੱਗਦਾ ਹੋਵੇਗਾ ਤੁਸੀਂ ਸੋਚਿਆ ਸੀਗਾ ਵੀ ਸਾਡੇ 10 ਪ੍ਰੋਡਕਟ ਬਣਨਗੇ, 10 ਦੀ ਜਗ੍ਹਾ 20 ਬਣ ਗਏ। ਹੋ ਸਕਦਾ 10 ਦੀ ਜਗ੍ਹਾ ਸਿੱਧਾ 5 ਦੇ ਹੀ ਰਹਿ ਜਾਣ, ਘੱਟ ਵੀ ਸਕਦੀ ਹੈ। ਜਦੋਂ ਸਾਨੂੰ ਕੁਝ ਕਲੀਅਰ ਨਹੀਂ ਹੁੰਦਾ ਹੈਗਾ, ਕੁਛ ਵੀ ਚੇਂਜਸ ਸਾਡੇ ਐਟ ਅ ਟਾਈਮ 'ਤੇ ਹੋ ਸਕਦੇ ਨੇ ਫੋਰਕਾਸਟਿੰਗ ਦੇ ਵਿੱਚ।
ਲਾਸਟ 'ਚ ਕਹਿਣਾ ਲਿਖਿਆ ਹੈਗਾ ਰੈਂਡਮ ਵੇਰੀਏਸ਼ਨ। ਰੈਂਡਮ ਵੇਰੀਏਸ਼ਨ ਦਾ ਮਤਲਬ ਹੁੰਦਾ ਕਿ ਜਦੋਂ ਅਸੀਂ ਪ੍ਰੋਪਰ ਸਾਡੇ ਕੋਲ ਜਿੰਨੀ ਅਕਾਊਂਟਿੰਗ ਇਨਫੋਰਮੇਸ਼ਨ ਹੋਊਗੀ ਉਸ ਦੀ ਇਨਫੋਰਮੇਸ਼ਨ ਲੈ ਕੇ ਅਸੀਂ ਕੁਛ ਨਾ ਕੁਛ ਕੰਮ ਕਰਨ ਦੀ ਸੋਚਦੇ ਹਾਂ ਜਾਂ ਕੁਛ ਫੋਰਕਾਸਟਿੰਗ ਦੇ ਫੀਚਰ ਨੂੰ ਪ੍ਰੈਡਿਕਟ ਕਰਨ ਦੀ ਸੋਚਦੇ ਹਾਂ, ਉਹਨੂੰ ਅਸੀਂ ਰੈਂਡਮ ਵੇਰੀਏਸ਼ਨ ਕਹਿੰਦੇ ਹਾਂ, ਜਦੋਂ ਸਿਰਫ ਸਿੰਗਲ ਇੱਕ ਚੀਜ਼ ਬਾਰੇ ਸੋਚ ਕੇ ਚੱਲਦੇ ਹਾਂ। ਤਾਂ ਇਹ ਵੀ ਤੁਹਾਡੀ ਫੋਰਕਾਸਟਿੰਗ ਦੇ ਵਿੱਚ ਡਿਫਰੈਂਟ ਟਾਈਪਸ ਅਸੀਂ ਕਹਿ ਸਕਦੇ ਹਾਂ, ਇਹਦੇ ਵਿੱਚ ਮੈਟਰਸ ਅਲੱਗ-ਅਲੱਗ ਹੋਣਗੇ ਹਰੇਕ ਦੇ ਵਿੱਚ, ਕਿਉਂਕਿ ਫੋਰਕਾਸਟਿੰਗ ਕੋਈ ਸੇਮ ਨਹੀਂ ਹੈ। ਹਰ ਕੋਈ ਕੰਪਨੀ ਦੇ ਵਿੱਚ ਪ੍ਰੋਜੈਕਟ ਪਹਿਲਾਂ ਤੋਂ ਰੈਡੀ ਹੋ ਜਾਂਦੇ ਨੇ, ਫਿਰ ਉਹਨਾਂ ਪ੍ਰੋਜੈਕਟ ਦੇ ਉੱਪਰ ਹੀ ਬਾਅਦ ਇਨਫੋਰਮੇਸ਼ਨ ਦੇ ਅਕਾਰਡਿੰਗ ਹੀ ਕੰਮ ਕਰੇ ਜਾਂਦੇ। ਜਾਂ ਅਸੀਂ ਸਿੰਪਲ ਵਰਡ ਦੇ ਵਿੱਚ ਕਹੀਏ ਤਾਂ ਮੋਸਟਲੀ ਫੋਰਕਾਸਟਿੰਗ ਨੂੰ ਦੇਖ ਕੇ ਸਟੈਂਡਰਡ ਸੈਟਅਪ ਕਰ ਸਕਦੇ ਹਾਂ। ਸਟੈਂਡਰਡ ਸੈਟਅਪ ਕਰ ਲੈਂਦੇ ਨੇ, ਬਾਅਦ ਦੇ ਵਿੱਚ ਜੋ ਉਹਨਾਂ ਦੀ ਐਕਚੁਅਲ ਪਰਫਾਰਮੈਂਸ ਹੁੰਦੀ ਹੈ ਉਹਨੂੰ ਮੇਜਰ ਕਰਦੇ ਨੇ। ਅਗਰ ਸਟੈਂਡਰਡ ਜ਼ਿਆਦਾ ਐਕਚੁਅਲ ਦੇ ਵਿੱਚ ਸਾਡੀ ਪਰਫਾਰਮੈਂਸ ਸਾਨੂੰ ਲੱਗਦਾ ਕਿ ਕੋਸਟ ਘੱਟ ਲੱਗੀ ਤਾਂ ਫੇਵਰੇਬਲ ਹੋਊਗਾ। ਅਗਰ ਫੇਵਰੇਬਲ ਨਹੀਂ, ਮਤਲਬ ਐਕਚੁਅਲ ਪਰਫਾਰਮੈਂਸ ਤੁਹਾਡੀ ਕੋਸਟ ਜ਼ਿਆਦਾ ਲੱਗ ਰਹੀ ਹੈ, ਸਟੈਂਡਰਡ ਘੱਟ ਸੀਗਾ, ਤਾਂ ਅਨਫੇਵਰੇਬਲ ਕੰਡੀਸ਼ਨਸ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਦੁਬਾਰਾ ਤੋਂ ਰਿਵਾਈਜ਼ ਵੀ ਕਰ ਲਿਆ ਜਾਂਦਾ ਹੈਗਾ। ਕੁਝ ਮੈਥਡ ਵੀ ਇਹਨਾਂ ਨੇ ਲਿਖੇ ਹੈਗੇ ਨੇ ਅਗਰ ਤੁਸੀਂ ਫੋਰਕਾਸਟਿੰਗ ਕਰਨ ਜਾ ਰਹੇ ਹੋ। ਟਾਈਮ ਸੀਰੀਜ਼ ਫੋਰਕਾਸਟਿੰਗ ਨੇਟਿਵ ਮੈਥਡ, ਇੱਕ ਟਾਈਮ ਸੀਰੀਜ਼ ਫੋਰਕਾਸਟਿੰਗ ਦੇ ਕੁਝ ਮੈਥਡ ਲਿਖੇ ਨੇ ਵੀ ਮੰਨ ਲਓ ਤੁਸੀਂ ਟਾਈਮ ਸੀਰੀਜ਼ ਦੇ ਅਕੋਰਡਿੰਗ ਫੋਰਕਾਸਟਿੰਗ ਕਰੋਗੇ ਤਾਂ ਸਭ ਤੋਂ ਪਹਿਲਾਂ ਜਿਹੜਾ ਮੈਥਡ ਆ ਨੇਟਿਵ ਮੈਥਡ। ਜਦੋਂ ਤੁਸੀਂ ਫੋਰਕਾਸਟਿੰਗ ਕਰਨ ਸ਼ੋਰਟ ਟਰਮ ਲਈ ਕਰਨੀ ਹੋਵੇ ਤਾਂ ਤੁਸੀਂ ਨੇਟਿਵ ਮੈਥਡ ਹੀ ਯੂਜ਼ ਕਰਦੇ ਹੈਗੇ ਹੋ। ਮੀਨਸ ਤੁਹਾਡੇ ਕੋਲ ਕੁਝ ਆਬਜ਼ਰਵੇਸ਼ਨਸ ਹੋਣਗੀਆਂ, ਉਹ ਵੀ ਪਾਸਟ ਟਾਈਮ ਦੀਆਂ, ਜ਼ਿਆਦਾ ਆਬਜ਼ਰਵੇਸ਼ਨ ਨਹੀਂ ਹੋਣਗੀਆਂ। ਮੈਂ ਕਹਿ ਸਕਦਾ ਵੀ ਸਾਡੇ ਕੋਲ 2 ਸਾਲ ਦਾ ਡਾਟਾ ਹੋਊਗਾ, ਜ਼ਿਆਦਾ ਤੋਂ ਜ਼ਿਆਦਾ 3 ਸਾਲ ਦਾ ਡਾਟਾ ਹੋਊਗਾ, ਅਸੀਂ ਉਹਦੇ ਵਿੱਚ ਕੋਈ ਫੋਰਕਾਸਟਿੰਗ ਕਰਨ ਜਾ ਰਹੇ ਹਾਂ ਤਾਂ ਉਹਨੂੰ ਅਸੀਂ ਕਹਿੰਦੇ ਹੈਗੇ ਨੇਟਿਵ ਮੈਥਡ। ਇਹਦੇ ਵਿੱਚ ਸਾਡੇ ਕੋਲ ਕਹਿੰਦਾ ਕੁਛ ਨਾ ਕੁਛ ਮੈਥਡ ਦੇ ਵਿੱਚ ਲੌਂਗ ਟਾਈਮ ਲਈ ਤੁਸੀਂ ਕੁਝ ਨਹੀਂ ਸੋਚ ਸਕਦੇ ਹੈਗੇ, ਸ਼ੋਰਟ ਟਰਮ ਦੇ ਵਿੱਚ ਇਨਫੋਰਮੇਸ਼ਨ ਹੋਊਗੀ। ਜਿਵੇਂ ਐਗਜ਼ਾਮਪਲ ਲਿਖਿਆ ਵੀ ਹੋਇਆ V/, ਹੈਗਾ ਤਾਂ ਕਹਿੰਦਾ ਉਹਦੀ ਤੁਸੀਂ ਐਵਰੇਜ ਕੱਢ ਰਹੇ ਹੈਗੇ ਹੋ, ਮੇ ਬੀ ਕੁਛ ਇਨਕਰੀਜ਼ ਹੋਇਆ ਜਾਂ ਕੁਛ ਡਿਕਰੀਜ਼ ਹੋਇਆ ਹੈਗਾ, ਅਸੀਂ ਦੋਨਾਂ ਨੂੰ ਟੋਟਲ ਕਰਾਂਗੇ, ਜੋ ਵੀ ਉਹਦੀ ਰੇਸ਼ੋ ਬਣਦੀ ਹੋਊਗੀ ਉਸ ਦੇ ਅਕੋਰਡਿੰਗ ਅਸੀਂ ਐਵਰੇਜ ਲੈ ਕੇ ਚੱਲ ਸਕਦੇ ਹੈਗੇ। ਲੇਕਿਨ ਮੈਂ ਕਹਾਂ ਮੇਰੇ ਕੋਲ 10 ਸਾਲ ਦਾ ਡਾਟਾ ਹੈ, ਇਹਦੇ ਵਿੱਚ ਸਿਰਫ ਕੁਛ ਵੀ ਸਾਡੇ ਕੋਲ ਫਿਗਰਸ ਹੋਣਗੀਆਂ, ਅਸੀਂ ਇਸ ਬੇਸ 'ਤੇ ਫੋਰਕਾਸਟਿੰਗ ਕਰ ਲਈ। ਪਹਿਲੇ 2 ਸਾਲ ਸਾਡੇ ਜਿਹੜੇ ਪਿਛਲੇ ਸੀਗੇ, ਸਾਡੀ ਪਰਫਾਰਮੈਂਸ 1 ਤੋਂ 2 ਹੋਈ, ਮੇ ਵੀ ਆਉਣ ਵਾਲੇ ਸਾਲ 4 ਵੀ ਹੋ ਸਕਦੀ ਹੈ, 3 ਵੀ ਹੋ ਸਕਦੀ ਹੈ। ਤੁਸੀਂ ਫਿਰ ਫੋਰਕਾਸਟਿੰਗ ਕਰ ਰਹੇ ਹੋ, ਇੱਥੇ 2-4 ਹੋ ਸਕਦਾ 5 ਹੋ ਸਕਦੀ ਹੈ, ਇੱਥੇ ਹੈਗੀ ਹੈ ਹੋ ਸਕਦਾ 8 ਵੀ ਹੋ ਸਕਦੀ ਹੈ। ਇਹ ਫੋਰਕਾਸਟਿੰਗ ਬਹੁਤ ਸਿੰਪਲ ਹੁੰਦੀਆਂ ਨੇ, ਇਹਦੇ ਵਿੱਚ ਕੁਛ ਮੈਥਡ ਸਪੈਸ਼ਲੀ ਨਹੀਂ ਕੋਈ ਅਪਲਾਈ ਹੁੰਦਾ ਹੈਗਾ। ਨੇਟਿਵ ਮੈਥਡ ਜਦੋਂ ਤੁਹਾਡੀ ਆਪਣੀ ਪਰਸਨਲ ਜਜਮੈਂਟ ਬੇਸ 'ਤੇ ਸ਼ੋਰਟ ਟਾਈਮ ਨੂੰ ਪ੍ਰੈਡਿਕਟ ਕਰਕੇ ਤੁਸੀਂ ਕੁਛ ਆਂਸਰਸ ਲੈ ਕੇ ਆਉਂਦੇ ਹੋ। ਅਗਰ ਨੇਟਿਵ ਮੈਥਡ ਦੀ ਗੱਲ ਕਰੀਏ ਤਾਂ ਇੱਕ ਕੁਇਕ ਐਸਟੀਮੇਟ ਹੈ, ਮਤਲਬ ਬਹੁਤ ਜਲਦੀ ਤੁਸੀਂ ਕੋਈ ਅੰਦਾਜ਼ਾ ਲਗਾਉਣਾ ਬਾਰੇ ਜਦੋਂ ਸੋਚਦੇ ਹੋ, ਤੁਹਾਨੂੰ ਲੱਗਦਾ ਕਿ ਹਾਂ ਅਸੀਂ ਫਿਊਚਰ ਦੀ ਇੰਨੀ ਪ੍ਰਮੋਸ਼ਨਸ ਕਰਾਂਗੇ, ਉਹਨੂੰ ਅਸੀਂ ਨੇਟਿਵ ਮੈਥਡ ਕਹਾਂਗੇ। ਸਿੰਪਲ ਹੁੰਦਾ, ਇਹਦੇ ਵਿੱਚ ਕੈਲਕੂਲੇਸ਼ਨ ਕੁਛ ਜ਼ਿਆਦਾ ਨਹੀਂ ਕਰਨੀ ਹੁੰਦੀ, ਆਲਮੋਸਟ ਔਨ ਕੋਸਟ। ਜਦੋਂ ਵੀ ਫੋਰਕਾਸਟਿੰਗ ਕਰਾਂਗੇ ਜ਼ਿਆਦਾਤਰ ਕੋਸਟ ਦੇ ਅਕੋਰਡਿੰਗ ਹੀ ਹੁੰਦੀ ਹੈ, ਸਾਡਾ ਇੰਨਾ ਪੈਸਾ ਲੱਗਿਆ, ਫਿਊਚਰ 'ਚ ਵੀ ਅੱਗੇ ਇੰਨਾ ਪੈਸਾ ਹੀ ਲੱਗਦਾ ਚਲੇ ਜਾਣਾ ਹੈਗਾ। ਈਜ਼ੀ ਟੂ ਅੰਡਰਸਟੈਂਡ, ਅਗਰ ਸਮਝਣਾ ਹੋਵੇ ਤਾਂ ਬਹੁਤ ਸਿੰਪਲ ਤਰੀਕੇ ਨਾਲ ਸਮਝ ਵੀ ਸਕਦੇ ਹਾਂ। ਟਾਈਮ ਸੀਰੀਜ਼ ਦੇ ਅਕੋਰਡਿੰਗ ਅੱਗੇ ਇੱਕ ਸਾਡੇ ਕੋਲ ਮੈਥਡ ਲਿਖਿਆ ਹੈਗਾ ਟਾਈਮ ਸੀਰੀਜ਼, ਜਿਹਨੂੰ ਅਸੀਂ ਕਹਾਂਗੇ ਮੂਵਿੰਗ ਐਵਰੇਜ ਵੀ ਕਹਿ ਸਕਦੇ ਹਾਂ, ਜਾਂ ਫਿਰ ਟਾਈਮ ਸੀਰੀਜ਼ ਦੇ ਅਕੋਰਡਿੰਗ ਐਵਰੇਜ ਵੀ ਕਹਿ ਸਕਦੇ ਹਾਂ। ਤੁਹਾਡੇ ਕੋਲ ਮੰਨ ਲਓ ਡਿਫਰੈਂਟ ਈਅਰਸ ਦਾ ਡਾਟਾ ਲਿਖਿਆ, ਐਗਜ਼ਾਮਪਲ ਨਾਲ ਲਿਖਿਆ ਗਿਆ। ਸਭ ਤੋਂ ਪਹਿਲਾਂ ਮੂਵਿੰਗ ਐਵਰੇਜ ਡਾਟਾ ਲਿਖਿਆ, ਕੁਐਸਚਨ ਜਿਹੜਾ ਦਿਖੇਗਾ 28, 29, 32। ਕੁਝ ਨੰਬਰ ਆਫ ਈਅਰਸ ਦਾ ਸਾਡੇ ਕੋਲ ਡਾਟਾ ਦਿਖਿਆ। ਨੇਟਿਵ ਮੈਥਡ ਸੇ 1 ਜਾਂ 2 ਸਾਲ ਦਾ ਡਾਟਾ ਦੇ ਅਕੋਰਡਿੰਗ ਤੁਸੀਂ ਐਡਜਸਟਮੈਂਟ ਨਾਲ ਫਿਰ ਜਜਮੈਂਟ ਕਰੋਗੇ। ਜਦੋਂ ਤੁਹਾਡੇ ਕੋਲ ਇਦਾਂ ਦਾ ਕੋਈ ਡਾਟਾ ਆਉਂਦਾ ਹੈਗਾ ਤਾਂ ਤੁਹਾਨੂੰ ਪਹਿਲਾਂ ਤੋਂ ਹੀ ਇੱਕ ਬੇਸ ਬਣਾ ਕੇ ਦਿੱਤਾ ਜਾਂਦਾ ਹੈ ਕਿ ਤੁਸੀਂ ਐਵਰੇਜ ਕਰੋ। ਮੂਵਿੰਗ ਐਵਰੇਜ ਹੁੰਦਾ ਕਿ ਤੁਸੀਂ ਹਰ ਸਾਲ ਨੂੰ ਅੱਗੇ ਲੈ ਕੇ ਚੱਲਦੇ ਚਲੇ ਜਾਓ। ਹਰ ਸਾਲ ਨੂੰ ਅੱਗੇ ਲੈ ਕੇ ਜਾਵਾਂਗੇ ਤਾਂ ਸਾਡੇ ਕੋਲ ਇੱਕ ਬੇਸ ਲੈ ਲੈਣਗੇ ਵੀ ਅਸੀਂ ਕਿੰਨੇ ਬੇਸ ਦੇ ਅਕੋਰਡਿੰਗ ਚੱਲ ਰਹੇ ਹਾਂ। ਸਾਨੂੰ ਕਹਿੰਦਾ ਵੀ ਜਿਵੇਂ ਕੁਐਸਚਨ 'ਚ ਕਿਹਾ ਹੈ ਵੀ 3 ਸਾਲ ਦਾ ਬੇਸ ਲੈ ਕੇ ਚੱਲੋ ਵੀ ਤੁਸੀਂ ਐਵਰੇਜ ਕਰਦੇ ਚਲੇ ਜਾਓ। ਐਵਰੇਜ ਸਾਨੂੰ ਕੱਢਣੀ ਆਉਂਦੀ ਹੈ, ਸਾਨੂੰ ਇਹਦੇ 'ਚ ਕੋਈ ਮੁਸ਼ਕਿਲ ਪ੍ਰੋਬਲਮ ਤਾਂ ਹੈ ਹੀ ਨਹੀਂ। ਪਹਿਲੇ 3 ਸਾਲ ਜੋੜ ਲਓ, ਇੱਥੇ ਉਹਦੀ ਐਵਰੇਜ ਕੱਢ ਲਓ, ਮੱਲੀ ਇਹਨਾਂ ਤਿੰਨਾਂ ਦਾ ਟੋਟਲ ਕਰਾਂਗੇ, ਡਿਵਾਈਡ ਬਾਈ 3 ਕਰ ਲਾਂਗੇ। ਇਹਨਾਂ ਨੇ ਇੱਥੇ ਲਿਖਿਆ ਹੋਇਆ ਕਿ ਅਪ੍ਰੈਲ, ਮਈ, ਜੂਨ ਦਾ ਜੋ ਵੀ ਡਾਟਾ ਲਿਆ ਹੋਇਆ ਜਨਵਰੀ, ਫਰਵਰੀ, ਮਾਰਚ ਦੇ ਅਕੋਰਡਿੰਗ ਉਹਨੇ ਕੀਤਾ। ਜਨਵਰੀ, ਫਰਵਰੀ, ਮਾਰਚ ਨੂੰ ਅਪ੍ਰੈਲ ਦੇ ਵਿੱਚ ਜੋੜਿਆ ਤਿੰਨਾਂ ਨੂੰ, ਤਾਂ ਤਿੰਨੋਂ ਵੈਲਿਊ ਨੂੰ ਇੱਥੇ ਡਿਵਾਈਡ ਕਰਤਾ। ਅੱਗੋਂ ਫਿਰ ਇਹ 3 ਲੈ ਲਈਆਂ, ਫਿਰ ਡਿਵਾਈਡ ਕਰਤਾ, ਫਿਰ ਅੱਗੋਂ 3 ਲੈ ਲਈਆਂ, ਡਿਵਾਈਡ ਕਰਨੀ ਚੱਲ ਜਾਏਗੀ। ਕੁਛ ਵੀ ਨਹੀਂ ਹੈ। ਜਿਵੇਂ ਐਗਜ਼ਾਮਪਲ ਸਿੰਪਲ ਦੇਖੀਏ ਤਾਂ ਪਹਿਲੇ ਇਹਦੇ ਵਿੱਚ ਲਿਆ ਹੈਗਾ 28, 29, 32, ਫਸਟ 3 ਲੈ ਲੇ, ਡਿਵਾਈਡ ਬਾਈ 3 ਕੀਤਾ, ਜੋ ਐਵਰੇਜ ਆ ਜਾਊਗੀ। ਲਾਸਟ ਦੇ ਵਿੱਚ ਜੋ ਸਾਡਾ ਸਟੈਂਡਰਡ ਆਊਗਾ ਇੱਥੇ, ਉਹਨੂੰ ਅਸੀਂ ਆਪਣਾ ਬੇਸ ਮੰਨ ਲੈਂਦੇ ਹਾਂ ਕਿ ਸਾਡੀ ਐਵਰੇਜ ਜੋ ਹੈ ਇਸ ਦੇ ਅਕੋਰਡਿੰਗ ਅਸੀਂ ਫੋਰਕਾਸਟਿੰਗ ਕਰਾਂਗੇ। ਜਾਂ ਮੰਨ ਲਓ ਸੇਲ ਲਗਾ ਲਓ, ਚਾਹੇ ਤੁਹਾਡੀ ਕੋਸਟ ਲਗਾ ਲਓ, ਜਿਸ ਬੇਸ ਨਾਲ ਵੀ ਕੰਪਨੀ ਨੇ ਡਾਟਾ ਸੋਚਿਆ ਹੋ। ਪੁਆਇੰਟ ਕਲੀਅਰ ਹੋ ਗਿਆ। ਬੁੱਕ ਦੇ ਵੀ ਬਹੁਤ ਸਿੰਪਲ ਕਰਿਆ ਹੋਇਆ ਹੈ। ਲਾਸਟ ਦਾ ਜੋ ਸਾਲ ਹੋਊਗਾ ਉੱਥੇ ਫੋਰਕਾਸਟਿੰਗ ਕਰਾਂਗੇ।
ਕਿਉਂਕਿ ਉਹਨਾਂ ਨੂੰ ਹੁੰਦਾ ਕਿ ਅਸੀਂ ਕੁਝ ਸਾਲਾਂ ਡਾਟਾ ਲਿਆ ਵੀ ਹਰ ਸਾਲ ਸਾਡੀ ਪਰਫਾਰਮੈਂਸ ਕਿਸ ਬੇਸ ਦੇ ਉੱਪਰ ਇਨਕਰੀਜ਼ ਹੋ ਰਹੀ। ਅਗਰ ਉਹਨਾਂ ਨੂੰ ਲੱਗਦਾ ਕਿ ਇਨਕਰੀਜ਼ ਹੋ ਰਹੀ ਹੈ ਤਾਂ ਲਾਸਟ ਅਗਰ ਉਹਨਾਂ ਦੀ ਫੇਵਰੇਬਲ ਹੁੰਦੀ ਵੀ ਹਰ ਸਾਲ ਵੱਧਦੇ ਚਲੇ ਆ ਰਹੇ ਆ ਤਾਂ ਫੋਰਕਾਸਟਿੰਗ ਨੂੰ ਬੈਸਟ ਮੰਨਦੇ ਨੇ। ਅਗਰ ਸਾਡੀ ਫੋਰਕਾਸਟਿੰਗ ਕਿਤੇ ਡਾਊਨ ਵੀ ਹੋ ਰਹੀ, ਮੈਨੂੰ ਸਾਨੂੰ ਲੱਗਦਾ ਕਿ ਐਵਰੇਜ ਸਾਡੀ ਘਟੀ ਹੈ ਹਰ ਸਾਲ ਦੇ ਅਕੋਰਡਿੰਗ, ਤਾਂ ਫਿਰ ਫੋਰਕਾਸਟਿੰਗ ਨੂੰ ਚੇਂਜਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਮੀਨ ਸਾਡੀ ਸੇਲਸ ਅਗਰ ਚੇਂਜਸ ਆਈਆਂ ਜਾਂ ਫਿਰ ਸਾਡੀ ਕੋਸਟ ਦੇ ਵਿੱਚ ਜਿਹੜੀ ਇਨਕਰੀਜ਼ ਹੋਈਆਂ, ਕੁਝ ਵੀ ਪੁਆਇੰਟਸ ਹੋ ਸਕਦੇ ਨੇ। ਇਹਨਾਂ ਨੇ ਡਾਟਾ ਮੋਸਟਲੀ ਹੈ ਸੇਲ ਦਾ ਲਿਆ ਹੈਗਾ ਤਾਂ ਉਹ ਸੇਲ ਦੀ ਐਵਰੇਜ ਲੈ ਰਹੇ ਨੇ ਹਰ ਜਗ੍ਹਾ। ਲਾਸਟ ਦੇ ਵਿੱਚ ਜਿਹੜੀ ਤੁਹਾਡੀ ਐਵਰੇਜ ਆ ਰਹੀ ਹੈ 44.67 ਲਗਭਗ, ਲਾਸਟ ਨੂੰ ਕੱਢੀ ਕਿਵੇਂ ਹੈਗੀ ਹੈ, 1 2 3 ਇਹਨਾਂ ਦਾ ਟੋਟਲ ਕੀਤਾ ਹੋਇਆ, ਉਹਨੂੰ ਡਿਵਾਈਡ ਕੀਤਾ ਹੋਇਆ। ਇਹ ਆਨਸਰ ਸਾਡੇ ਕੋਲ ਤੁਹਾਨੂੰ ਲੱਗਿਆ ਕਿ ਸਾਡੇ ਲਈ ਫੇਵਰੇਬਲ ਕੰਡੀਸ਼ਨ ਹੈ ਕਿ ਸਾਡੀ ਆਉਣ ਵਾਲੇ ਅਗਲੇ ਸਾਲਾਂ ਦੇ ਵਿੱਚ ਵੀ ਇਦਾਂ ਹੀ ਪਰਫਾਰਮੈਂਸ ਇਨਕਰੀਜ਼ ਹੁੰਦੀ ਚਲੀ ਜਾਣੀ ਹੈ। ਬੇਸ ਲਾਂਗੇ ਕਿ ਕਿੰਨੇ % ਰੇਸ਼ੋ ਸਾਡੀ ਹਰ ਵਾਰ ਇਨਕਰੀਜ਼ ਹੋ ਰਹੀ ਹੈ। ਇਸ ਤੋਂ ਬਾਅਦ ਹੀ ਜਿਹੜਾ ਦੂਸਰਾ ਮੈਥਡ ਆਉਂਦਾ ਹੈਗਾ ਉਹ ਸਾਡੇ ਕੋਲ ਆਉਂਦਾ ਹੈਗਾ ਵੇਟਡ ਐਵਰੇਜ ਮੈਥਡ। ਵੇਟਡ ਐਵਰੇਜ ਮੈਥਡ ਦੇ ਵਿੱਚ ਕੁਝ ਵੀ ਨਹੀਂ ਕਰਿਆ ਜਾਂਦਾ, ਜੋ ਤੁਹਾਨੂੰ ਫਿਗਰਸ ਦੱਸੀ ਜਾਣਗੀਆਂ ਸਿਰਫ ਉਹਦੇ ਵਿੱਚ ਵੇਟ ਪ੍ਰੋਵਾਈਡ ਕਰੇ ਜਾਣਗੇ। ਵੇਟ ਦੇ ਜੋ ਰੇਟ ਹੋਣਗੇ ਉਹ ਤੁਹਾਨੂੰ ਪਹਿਲਾਂ ਤੋਂ ਹੀ ਦੱਸ ਦਿੱਤੇ ਜਾਣਗੇ। ਇਹਨਾਂ ਨੇ ਇਹੀ ਮੈਥਡ ਦੇ ਵਿੱਚ ਵੇਟ ਪ੍ਰੋਵਾਈਡ ਕਰੇ। ਜਿਹੜੀਆਂ ਇਹ ਟੈਕਨੀਕਸ ਐਵਰੇਜ ਵਾਲੀਆਂ ਨੇ ਲੌਂਗ ਟਾਈਮ ਲਈ ਯੂਜ਼ ਕਰਦੇ ਹੈਗੇ ਨੇ। ਮੂਵਿੰਗ ਐਵਰੇਜ ਹੋ ਗਿਆ ਫਸਟ, ਦੂਸਰਾ ਸਾਡੇ ਕੋਲ ਹੈਗਾ ਵੇਟਡ ਐਵਰੇਜ। ਵੇਟਡ ਐਵਰੇਜ ਤੁਹਾਨੂੰ ਜੋ ਵੀ ਉਹ ਕਹਿਣਗੇ ਵੀ ਅਸੀਂ 3 ਸਾਲ ਦਾ ਬੇਸ ਲੈ ਕੇ ਚੱਲ ਰਹੇ ਹਾਂ। ਤੁਹਾਡੇ ਇਹਦੇ ਵਿੱਚ ਲਿਖਿਆ ਹੈ ਕਿ ਪਹਿਲੇ ਸਾਲ ਦੇ ਵਿੱਚ ਬੇਸ ਅਸੀਂ 0.5 ਦਾ ਹੈ, ਦੂਸਰੇ 0.3 ਦਾ ਹੈ, ਤੀਸਰੇ 0. ਅਸੀਂ ਇਹਨਾਂ ਸਾਨੂੰ ਇਹ ਲੱਗਦਾ ਕਿ ਅਸੀਂ ਵੇਟ ਜੋ ਪ੍ਰੋਵਾਈਡ ਕਰਾਂਗੇ ਇੱਦਾਂ ਕਰਾਂਗੇ, ਇੱਥੇ ਹਾਫ ਕਰ ਦਾਂਗੇ, ਇੱਥੇ 3% 2% ਦੇ ਅਕੋਰਡਿੰਗ ਰੇਸ਼ੋ ਲੈ ਕੇ ਚੱਲਾਂਗੇ, ਸਾਨੂੰ ਇੱਦਾਂ ਲੱਗਦਾ। ਉਹ ਬੇਸ ਤੁਸੀਂ ਕਿਸ ਤਰ੍ਹਾਂ ਕਰੋਗੇ ਜਦੋਂ ਇਹ ਕੁਐਸਚਨ ਸੋਲਵ ਕਰਨਾ ਹੈ। जनवरी फरवरी मार्च 3 साल में 3 महीना सब डाटा देता है, तो ऐसे कितना करूँगी 28 मल्टीप्लाई 0.5 प्लस कर लेंगे, जो आगे वैल्यू है 29 मल्टीप्लाई 0.3 प्लस कर देंगे। अगे नेक्स्ट है साढ़े को 32 मल्टीप्लाई 0.2, जो साढ़े को 3 साल का बेस दिता है, जो आंसर आऊगा उन्होंने 3 नाल डिवाइड किया है साढ़े को उस तरह एवरेज कटी। हर एक वैल्यू ਨੂੰ वेट प्रोवाइड करना है। वेट प्रोवाइड करके जो साढ़े को जजमेंट आऊगी, अगर साਡਾ बेनीफिट हो रहा है तो ਅਸੀਂ ਅੱਗੇ ਉਸ ਦੇ ਅਕੋਰਡਿੰਗ ਹੀ ਅੱਗੇ ਪ੍ਰੈਡਿਕਸ਼ਨ ਲਗਾਉਂਦੇ ਚਲੇ ਜਾਵਾਂਗੇ। ਅਗਰ ਸਾਨੂੰ ਬੈਨੀਫਿਟ ਲੱਗਦਾ ਹੈ ਕਿ ਸਾਡਾ ਨਹੀਂ ਹੋ ਰਿਹਾ ਹੈਗਾ, ਸਾਡਾ ਹਰ ਸਾਲ ਡਾਟਾ ਘਟ ਰਿਹਾ ਹੈਗਾ, ਅਸੀਂ ਉਸ ਚੀਜ਼ ਨੂੰ ਚੇਂਜ ਕਰਦੇ ਚਲੇ ਜਾਵਾਂਗੇ। ਇਹ ਵੇਟਡ ਐਵਰੇਜ ਸਾਨੂੰ ਕੁਐਸਚਨ ਆਣਾ ਤਾਂ ਨਹੀਂ ਹੈ, ਲੇਕਿਨ ਬਾਈ ਦਾ ਵੀ ਤੁਹਾਨੂੰ ਐਗਜ਼ਾਮਪਲ ਤੁਹਾਨੂੰ ਦੱਸਣਾ ਪਵੇ ਤਾਂ ਤੁਸੀਂ ਐਗਜ਼ਾਮਪਲ ਦੱਸ ਸਕਦੇ ਹੋ ਵੀ ਕਿਸ ਤਰ੍ਹਾਂ ਵੇਟ ਪ੍ਰੋਵਾਈਡ ਕਰਨੀ। ਕੁਐਸਚਨ ਦੇ ਵਿੱਚ ਪਹਿਲਾਂ ਹੀ ਦਿੱਤਾ ਹੋਊਗਾ ਕਿ ਵੇਟ ਤੁਸੀਂ ਕਿਸ ਤਰ੍ਹਾਂ ਪ੍ਰੋਵਾਈਡ ਕਰਨੇ ਹੈਗੇ ਨੇ। ਸਿੱਧਾ ਟੋਟਲ ਹੀ ਕਰਿਆ ਹੋਇਆ जो साढ़े को वेट प्रोवाइड किया हुआ। अच्छा ठीक है, डिवाइड इसलिए नहीं किया है, वेट जो प्रोवाइड करता तो वेट उन्होंने पहले तो ही कंडीशन ले लिया कि साने अपनी फिगर्स को इन्ने % अं पहले तो ही घटाते चले जा रहे हैं। अगर इनू लैकर 0.5 हो गया, पहले ही अद्धी अमाउंट रह जानी है, इनू अगे करते हैं तो सिर्फ 3 हिस्से ही रह जाने, अगे 2 हिस्से रह जाते तो 3 का टोटल कर देंगे। अगर सू लास्ट उतना बेनीफिट हो रहा तो सू टोटल फोरकास्टिंग चक्के दे सकते हैं। जो थोड़ा एक वेटेड वाला मैथड हो गया, एक जो फस्ट किया मूविंग वाला, ये जो दो मैथड ने मे बी लॉन्ग टाइम लिए रिलायबल हो सकते हैं कि साड़ी परफॉर्मेंस हर साल इनक्रीज हो रही है या फिर हर मंथ इनक्रीज हो रही है। इस तो बाद एक होर मैथड आता है, उन्होंने असं कहते हैं एक्सपोनेंशियल स्मूथिंग। एक्सपोनेंशियल स्मूथिंग जोड़ा लॉन्ग टर्म ਲਈ ਅਸੀਂ ਕਹੀਏ ਵੀ ਅਨਰਿਲਾਇਬਲ ਮੈਥਡ ਹੁੰਦਾ। ਬਹੁਤ ਸਾਰੀ ਕੰਪਨੀਜ਼ ਮੇ ਬੀ ਇਹਨੂੰ ਯੂਜ਼ ਕਰਦੀਆਂ ਹੁਣ। ਜਿਹੜਾ ਇਹਦੇ ਵਿੱਚ ਡਾਟਾ ਤੁਹਾਨੂੰ ਦਿੱਤਾ ਕਿ ਇਹਦੇ ਵਿੱਚ ਹਮੇਸ਼ਾ 2 ਫਿਗਰ ਹੋਣੇ ਚਾਹੀਦੇ ਤਾਂ ਜਾ ਕੇ ਇਹਦੀ ਕੈਲਕੂਲੇਸ਼ਨ ਮੋਸਟਲੀ ਹੁੰਦੀ। बुक ਦੇ ਵਿੱਚ ਤਾਂ ਇਹਨਾਂ ਨੇ ਕੀਤਾ ਹੋਇਆ, ਲੇਕਿਨ ਪੁਆਇੰਟ ਕੁਝ ਕਲੀਅਰ ਨਹੀਂ ਕੀਤੇ ਵੀ ਕਿੱਥੋਂ ਕੋਈ ਬੇਸ ਲੈ ਕੇ ਆਨਸਰ ਕਲੀਅਰ ਕਰ ਰਿਹਾ ਹੈਗਾ। 2 ਫਿਗਰਸ ਹੁੰਦੀਆਂ ਨੇ, ਉਸ ਫਿਗਰ ਦੇ ਬੇਸ ਦੇ ਉੱਪਰ ਹੀ ਜਿਵੇਂ ਫਸਟ ਫਿਗਰ ਲੈ ਲੈਣਗੇ, ਉਹਨੂੰ ਦੂਸਰੀ ਨਾਲ ਮਲਟੀਪਲਾਈ ਕਰਦੇ ਨੇ। ਇੱਕ ਬੇਸ ਹੁੰਦਾ, ਇੱਕ ਸਾਡੇ ਕੋਲ ਅਲੱਗ ਤੋਂ ਪੀਰੀਅਡ ਟਾਈਮ ਪੀਰੀਅਡ ਹੁੰਦਾ, ਉਹਨੂੰ ਮਲਟੀਪਲਾਈ ਕਰਦੇ ਨੇ। ਫਿਰ ਦੋਨਾਂ ਨੂੰ ਮਾਈਨਸ ਕਰਕੇ ਜੋ ਆਨਸਰ ਸਾਡੇ ਕੋਲ ਆਉਂਦਾ ਹੁੰਦਾ, ਮਤਲਬ ਪਹਿਲਾਂ ਦੋਨਾਂ ਨੂੰ ਮਲਟੀਪਲਾਈ ਕਰ ਲੈਣਾ ਹੈ, ਫਿਰ ਅੱਗੇ ਜਦੋਂ ਫਿਗਰਸ ਹੋਣਗੀਆਂ ਉਹਨਾਂ ਦੋਨਾਂ ਨੂੰ ਆਪਸ ਮਾਈਨਸ ਕਰਕੇ ਡਿਵਾਈਡ ਕਰਕੇ ਜੋ ਸਾਡੇ ਆਨਸਰ ਆਉਂਦੇ ਉਸ ਦੇ ਅਕੋਰਡਿੰਗ ਚੱਲਦੀ ਹੈ। ਐਕਸਪੋਨੈਂਸ਼ੀਅਲ ਸਮੂਥਿੰਗ कोई फिक्स नहीं है, इन्होंने थोड़ी बुक के अपने बेस से ही आंसर लाए हुए हैं। इतने 28 लैके आ गए, फिर बाकी किसी को भी लेकिन पॉइंट क्लीयर नहीं करे भी किस तरह पॉइंट क्लीयर ने। ये वाला मैथड अनरिलायबल मैथड है लॉन्ग टर्म लिए। मोस्टली कंपनियां इस मैथड में यूज़ नहीं करती क्योंकि उन्होंने इतना लगता है कि साढ़े लिए परफेक्ट मैथड नहीं, असं कुछ बेस लैके चल रहे हैं। तो लिख सकते हो कि अनरिलायबल मैथड है लॉन्ग टर्म के जो तुम कोई फोरकास्टिंग करना चाहोगे। उस तो बाद एक लास्ट मैथड है ट्रेंड एडजस्टेड एक्सपोनेंशियल स्मूथिंग। जो ट्रेंड ਨੂੰ ਕਹਿੰਦਾ एडजस्ट ਕਰਨ ਬਾਰੇ ਸੋਚਿਆ ਜਾਂਦਾ ਹੈਗਾ। ਮੀਨ ਸਾਡੇ ਕੋਲ ਜੋ ਟ੍ਰੈਂਡ ਚੱਲ ਰਹੇ ਹੋਣਗੇ, ਹਰ ਸਾਲ ਸਾਡੀ ਡਾਟਾ ਵਾਂਸ ਇਨਕਰੀਜ਼ ਹੋ ਰਿਹਾ, ਤੁਸੀਂ ਉਹਦੇ ਵਿੱਚ ਕੁਝ ਐਡਜਸਟਮੈਂਟ ਕਰਨ ਚੱਲ ਰਹੇ ਹੋ। ਜਾਂ ਸਾਨੂੰ ਲੱਗਦਾ ਕਿ ਇੱਕ ਸਾਲ ਸਾਡਾ ਡਾਟਾ ਵੱਧ ਜਾਂਦਾ ਹੈ, ਇੱਕ ਸਾਲ ਸਾਡਾ ਡਾਟਾ ਘੱਟ ਇਨਕਰੀਜ਼ ਹੋ ਜਾਂਦਾ, ਡਾਊਨ ਹੋ ਜਾਂਦਾ ਹੈਗਾ, ਤੁਸੀਂ ਕੁਝ ਉੱਥੇ
ਆਪਣੇ ਬੇਸ ਤੇ ਅੰਦਾਜ਼ਾ ਲਗਾਣੇ ਹੈਗੇ, ਉੱਥੇ ਪਲੱਸ ਦੀ ਅਮਾਊਂਟ ਹੋਊਗੀ। ਜੋ ਟ੍ਰੈਂਡ ਦੀ ਵੈਲਿਊ ਚੱਲ ਰਹੀ ਹੋਊਗੀ, ਤੁਹਾਡੀ ਐਸਟੀਮੇਸ਼ਨ ਵਾਲੀ ਜੋ ਵੈਲਿਊ ਹੋਊਗੀ ਉਹਨੂੰ ਪਲੱਸ ਕਰ ਲਓਗੇ। ਇਹਨੂੰ ਅਸੀਂ ਟ੍ਰੈਂਡ ਐਡਜਸਟਮੈਂਟ ਮੈਥਡ ਕਹਿੰਦੇ ਹਾਂ। ਮੰਨ ਲਓ ਮੇਰੇ ਕੋਲ ਚੱਲ ਰਿਹਾ ਕਿ ਪਹਿਲੇ ਸਾਲ 28 ਹੋ ਗਿਆ, ਦੂਸਰੇ ਸਾਲ 29 ਹੋ ਗਿਆ, ਅਸੀਂ ਆਪਣੇ ਐਡਜਸਟਮੈਂਟ ਲੈ ਕੇ ਚੱਲਾਂਗੇ। ਇੱਥੇ ਕੀ ਕਰਾਂਗੇ 28 ਪਲੱਸ ਸਾਨੂੰ ਲੱਗਦਾ ਕਿ 0.5, ਇੱਦਾਂ ਐਡਜਸਟਮੈਂਟ ਸਾਡੀ ਐਡਜਸਟਮੈਂਟ ਹੋਏਗੀ। ਇਸ ਲਈ ਤੁਹਾਨੂੰ ਕੋਈ ਸਪੈਸ਼ਲ ਕੈਲਕੂਲੇਸ਼ਨ ਨਹੀਂ ਦਿੰਦੇ ਹੈ ਕਿ ਸਿਰਫ ਤੁਸੀਂ ਆਪਣੇ ਐਡਜਸਟਮੈਂਟ ਲੈ ਕੇ ਚੱਲਦੇ ਹੋ, ਜੋ ਤੁਹਾਨੂੰ ਵੈਲਿਊ ਲੱਗਦੀ ਹੈ ਕਿ ਹਰ ਸਾਲ ਸਾਡਾ ਇੰਨਾ ਡਾਟਾ ਇਨਕਰੀਜ਼ ਹੋ ਰਿਹਾ, ਐਡਜਸਟਮੈਂਟ ਦੇ ਵਿੱਚ ਤੁਸੀਂ ਐਸਟੀਮੇਸ਼ਨ ਲਗਾਉਂਦੇ ਚਲੇ ਜਾਓਗੇ। ਫਿਰ ਹੈਗਾ ਸੀਜ਼ਨੈਲਿਟੀ ਇਨ ਡਾਟਾ। ਅਗਰ ਤੁਹਾਡੇ ਡਾਟਾ ਦੇ ਵਿੱਚ ਸੀਜ਼ਨਲ ਬੇਸ ਤੇ ਕੰਮ ਚੱਲ ਰਿਹਾ, ਤੁਸੀਂ ਉੱਥੇ ਐਡਜਸਟ ਹਰ ਸੀਜ਼ਨ ਦੇ ਅਕੋਰਡਿੰਗ ਤੁਹਾਨੂੰ ਲੱਗਦਾ ਕਿ ਅਸੀਂ ਫੋਰਕਾਸਟਿੰਗ ਕਰਨੀ ਹੈ, ਜੋ ਡਾਟਾ ਫਿਗਰਸ ਤੁਹਾਡੇ ਕੋਲ ਹੋਣਗੀਆਂ ਤੁਸੀਂ ਉਹਦੇ ਵਿੱਚ ਇਨਕਰੀਜ਼ਿੰਗ ਕੀ ਕਰ ਸਕਦੇ ਹੋ। ਇੰਡੈਕਸ ਮੈਥਡ ਦੇ ਅਕੋਰਡਿੰਗ ਇਹ ਕੰਮ ਚੱਲਦਾ ਹੈ। ਇਹਦੇ ਲਈ ਵੀ ਸਾਨੂੰ ਕੋਈ ਪ੍ਰੈਕਟੀਕਲ ਕੁਝ ਕੁਐਸਚਨ ਨਹੀਂ ਹੈ, ਲੇਕਿਨ ਸੀਜ਼ਨ ਬੇਸ ਤੇ ਜਦੋਂ ਤੁਸੀਂ ਕੋਈ ਅੰਦਾਜ਼ੇ ਲਗਾਉਣੇ ਹੋਣ, ਫਿਊਚਰ ਨੂੰ ਪ੍ਰੈਡਿਕਟ ਕਰਨਾ ਹੋਵੇ, ਤੁਹਾਨੂੰ ਪਿਛਲੇ ਸੀਜ਼ਨ ਦਾ ਡਾਟਾ ਹੋਣਾ ਚਾਹੀਦਾ ਹੈ। ਉਹਦੇ ਉੱਪਰ ਜੋ ਵੀ ਤੁਹਾਡੀ ਐਵਰੇਜ ਬਣਦੀ ਹੈ ਜਾਂ ਤੁਸੀਂ ਵੇਟਡ ਐਵਰੇਜ ਲਗਾਉਣੀ, ਤੁਸੀਂ ਉਹ ਲਗਾ ਕੇ ਆਪਣਾ ਕੰਮ ਈਜ਼ੀਲੀ ਬਿਜ਼ਨਸ ਕੰਪਲੀਟ ਕਰ ਸਕਦੇ ਹੋ। ਇਹ ਸੀਗੇ ਫੋਰਕਾਸਟਿੰਗ ਦੇ ਟਾਈਮ ਸੀਰੀਜ਼ ਦੇ ਅਕੋਰਡਿੰਗ ਦਾ ਮੈਥਡ। ਮੇਨ ਅਗਰ ਤੁਹਾਨੂੰ ਕੁਐਸਚਨ ਆਊਗਾ ਤਾਂ ਇਹ ਪੁੱਛ ਸਕਦੇ ਨੇ ਕਿ ਫੋਰਕਾਸਟਿੰਗ ਦੇ ਮੈਥਡ ਟਾਈਮ ਸੀਰੀਜ਼ ਦੇ ਅਕੋਰਡਿੰਗ ਕੀ ਨੇ। ਇੱਕ ਤਾਂ ਨੇਟਿਵ ਮੈਥਡ ਲਿਖੋ ਜੋ ਸ਼ਾਰਟ ਟਰਮ ਲਈ ਹੈ, ਉਹਦੇ ਵਿੱਚ ਬੇਸ ਸਾਡੇ ਕੋਲ 2 ਜਾਂ 3 ਸਾਲ ਦਾ ਹੀ ਹੁੰਦਾ ਹੈਗਾ। ਉਸ ਤੋਂ ਬਾਅਦ ਇੱਕ ਮੂਵਿੰਗ ਐਵਰੇਜ ਮੈਥਡ, ਨੰਬਰ ਆਫ ਈਅਰਸ ਦੇ ਵਿੱਚ ਕੰਮ ਕਰਿਆ ਜਾਊਗਾ। ਉਸ ਤੋਂ ਬਾਅਦ ਇੱਕ ਮੈਥਡ ਹੈਗਾ ਵੇਟਡ ਐਵਰੇਜ ਮੈਥਡ, ਜਿਹਦੇ ਵਿੱਚ ਨੰਬਰ ਆਫ ਈਅਰ ਦੇ ਵਿੱਚ ਕੰਮ ਕਰਦੇ ਨੇ। ਦੋਨਾਂ ਦੇ ਵੀ ਐਵਰੇਜ ਡਿਫਰੈਂਟ ਤਰੀਕੇ ਨਾਲ ਕੱਢੀ ਗਈ। ਉਹਦੇ ਵਿੱਚ ਸੀਗਾ 3 ਸਾਲ ਨੂੰ ਡਿਵਾਈਡ ਕਰ ਰਹੇ ਸੀਗੇ ਡਾਟਾ ਲੈ ਕੇ, ਇਹਦੇ ਵਿੱਚ ਸੀਗੇ ਪਹਿਲਾਂ ਹੀ ਵੇਟ ਦੇ ਕੇ ਪਲੱਸ ਕਰਿਆ ਜਾ ਰਿਹਾ ਹੈਗਾ, ਹੋਰ ਇਹਦੇ ਵਿੱਚ ਕੁਝ ਕੰਮ ਕਰਨ ਦੀ ਲੋੜ ਨਹੀਂ ਹੈ। इसके अलावा इन्होंने और भी टेक्निक लिखी है, एसोसिएट फोरकास्टिंग टेक्निक। हम कहता है फोरकास्टिंग अगर करने बैठे हैं तो इसके अलावा और भी टेक्निक्स हैं हमारे पास। 2 टेक्निक्स इन्होंने बताई हैं। सबसे पहले सिंपल लाइनर रिग्रेशन। रिग्रेशन एक ऐसी टेक्निक होती है जब दो हमारे पास मान लीजिए 2 डाटा दिए जाएंगे, 2 ही फिगर होंगी, हम उसमें देखते हैं कि दोनों फिगर का आपस में क्या रिलेशनशिप है। मे बी इसका शायद हमें आगे जाके टॉपिक भी आएगा, रिग्रेशन एनालिसिस या फिर कोरिलेशन। उसमें ये देखेंगे x1 y या फिर y और x, आपस में इन दोनों का क्या रिलेशनशिप आ रहा है, उसके अकॉर्डिंग जब आप फोरकास्टिंग लगाने जाओगे तो उसको बोलते हैं हम रिग्रेशन एनालिसिस। एक इसमें आती है कोरिलेशन एनालिसिस। नंबर ऑफ ऑब्जर्वेशन में से कौन से डाटा का पूरी ऑब्जर्वेशन में आपस में रिलेशनशिप आ रहा है उसको बोलते हैं। जब ऐसे बोल सकते हैं कि हमारे पास लार्ज अमाउंट ऑफ डाटा होगा, उसमें कोई सिंगल फिगर जो पूरी की पूरी अमाउंट को रिप्रेजेंट कर सके, हमें वैसे उसको बोलते हैं कोरिलेशन एनालिसिस। हमें आपस में सभी ऑब्जर्वेशन का या सभी डाटा का कुछ ना कुछ रिलेशनशिप जो दिखाना होता है। डिपेंडेंसी लेवल नहीं दिखाते कि इनका आपस में क्या डिपेंडेंसी लेवल है, लेकिन जब पूरी ऑब्जर्वेशन को एक लेवल में सेटिस्फाइड करता है उसको कोरिलेशन एनालिसिस बोलते हैं। इसका आगे जाके हमें पूरा टॉपिक भी आएगा। इसमें इन्होंने कोई स्पेशल रेग्रेशन एनालिसिस जैसे किया हुआ है, कोई वैल्यू प्रॉपर करके नहीं दिखाई, प्रॉपर रेग्रेशन कैसे करते हैं उसका फॉर्मूला है हमारे पास, इस तरह से चलता है शायद एक्स वाई नीचे एक्स होता है, नीचे फिर वाई होता है, फिर आगे 2 से फिर मल्टीप्लाई चलता है, कुछ चेंजेस हैं शायद एक्स स्क्वायर वाई स्क्वायर ऐसा कुछ, लेकिन आगे जाके पूरा प्रॉपर रेग्रेशन देखेंगे तो उसमें क्लियर हो जाएगा। तो वो हमें पूरा फॉर्मूला पहले लगाना होगा। रेग्रेशन एनालिसिस मोस्टली थ्योरी है, कुछ कुछ छोटे छोटे प्रैक्टिकल, जैसे अभी एक एवरेज वाला निकला वैसे कुछ न कुछ छोटे छोटे पॉइंट्स हो सकते हैं। रिसर्च के लिए बोला उन्होंने, लेकिन मोस्टली रिसर्च में जो टेक्निक्स लगाई जाएंगी तो ऐसी ही टेक्निक्स होती हैं। स्टैंडर्ड एविएशन में भी हो अगर आए तो, अभी मैंने पूरी बुक मैंने भी नहीं देखी, तो ये टॉपिक मुझे ऐसा लगता है शायद होंगे आगे, क्योंकि इनके बारे में इन्फॉर्मेशन आपको दी है। रेग्रेशन हो गया, कोरिलेशन हो गया, कोरिलेशन का फॉर्मूला आपका अलग से होगा। भरा हुआ है। उसके बाद इन्होंने लिखा कि कंसेप्ट ऑफ फोरकास्टिंग एरर। मान लीजिए हमारी कंपनी में कहता है फोरकास्टिंग के एरर आते हैं, तो उनको किन किन तरीके से हम लोग सेटअप कर सकते हैं, या फिर कौन कौन से मेथड डिफरेंट एवरेज एरर जो आएंगे उनको कैसे कैलकुलेट कर सकते हैं। सबसे पहले अगर आपके पास कोई एरर आते हैं तो सबसे पहले मीन एब्सोल्यूट डेविएशन, हम लोग जो डेविएशन के मेथड को यूज़ करके मीन वाला फॉर्मूला में भी आपको शायद मीन क्या होता है, जो नंबर ऑफ ऑब्जर्वेशन में से एक फिगर को लेके आते हैं उसको बोलते हैं ना, हम लोग एवरेज निकालते हैं। जितनी ऑब्जर्वेशन दी हैं टोटल करेंगे, डिवाइड कर देंगे नंबर ऑफ ऑब्जर्वेशन से, तो आप वो वाला मेथड भी यूज़ कर सकते हैं, कहते हैं अपने एवरेज को ख़त्म करने के लिए। दूसरा है कि मीन स्क्वेयर्ड मेथड, जो आपके पास मीन का डाटा है उसको स्क्वेयर में यूज़ करके आप लोग मेथड को यूज़ कर सकते हैं। उसके बाद मीन एब्सोल्यूट परसेंटेज एरर, अगर आपके पास परसेंटेज में कोई आंसर्स आ रहे हैं तो परसेंटेज के एरर को दूर करने के लिए मोस्टली अगर कोई एरर आएंगे तो हम मीन वाली वैल्यूज़ को ही यूज़ करते हैं अपने एरर को दूर करने के लिए। ये भी एक टेक्निक्स यूज़ कर ली जाएंगी अगर आपकी फोरकास्टिंग में कहीं पर कोई प्रॉब्लम्स आ रही हैं तो। ये टॉपिक था आपका जो खत्म हुआ फोरकास्टिंग वाला। नेक्स्ट टॉपिक फिर हम लोग अगली क्लास में ही करते हैं।